ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਇਹਨਾਂ ਖਬਰਾਂ ਉੱਪਰ ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਨਾਲ। ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ। बहुत बहुत धन्यवाद इंद्रप्रीत जी। ਜੀ। ਮਨਦੀਪ ਜੀ, ਜਿਸ ਤਰ੍ਹਾਂ ਹੁਣ ਕੈਨੇਡਾ ਸਰਕਾਰ ਵੱਲੋਂ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ ਸਨ, ਕੁਝ ਦੇਸ਼ਾਂ ਦੇ ਉੱਪਰ ਜੋ ਟਰੈਵਲ ਸੰਬੰਧੀ ਰੋਕ ਲਗਾ ਦਿੱਤੀ ਗਈ ਤੇ ਅੱਜ ਇੱਕ ਹੋਰ ਵੱਡਾ ਫੈਸਲਾ ਸਾਹਮਣੇ ਹੈ, ਜਿੱਥੇ ਸਰਕਾਰ ਵੱਲੋਂ 10 ਦੇਸ਼ਾਂ ਦੇ ਉੱਪਰ ਜੋ ਰੋਕ ਲਗਾਈ ਗਈ ਸੀ ਉਸ ਨੂੰ ਵਾਪਸ ਲੈ ਲਿਆ ਗਿਆ। ਇਸ ਦੇ ਪਿੱਛੇ ਕੀ ਕਾਰਨ ਦੱਸਿਆ ਜਾ ਰਿਹਾ ਹੈ ਤੇ ਇਸ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ? जी बिल्कुल जी, जिस तरीके ਨਾਲ ਕੱਲ ਸੰਕੇਤ ਇਹਦਾ ਮਿਲ ਗਿਆ ਸੀ, ਕਿਉਂਕਿ ਕੱਲ ਜਿਹੜੇ ਹੈਲਥ ਅਫੀਸ਼ੀਅਲਸ ਨੇ ਕੈਨੇਡਾ ਦੇ ਫੈਡਰਲ ਲੈਵਲ ਤੇ ਉਹਨਾਂ ਵੱਲੋਂ ਇਹ ਇੱਕ ਸੰਕੇਤ ਦਿੱਤਾ ਗਿਆ ਸੀ ਕਿ ਇਸ ਮਾਮਲੇ ਉੱਤੇ ਜਿਹੜਾ ਮੁੜ ਵਿਚਾਰ ਆ ਉਹ ਹੋ ਰਿਹਾ ਵਾ। ਸੋ ਅੱਜ ਇਸ ਉੱਤੇ ਐਲਾਨ ਜਿਹੜਾ ਕੈਨੇਡਾ ਸਰਕਾਰ ਵੱਲੋਂ ਕਰ ਦਿੱਤਾ ਗਿਆ ਕਿ ਜਿਹੜੇ ਸਾਊਥ ਅਫਰੀਕਨ 10 ਮੁਲਕ ਸੀ, ਜਿਹਦੇ ਵਿੱਚ ਜ਼ਿੰਬਾਬਵੇ ਜਾਂ ਹੋਰ ਇੱਦਾਂ ਦੀਆਂ ਕੰਟਰੀਜ਼ ਇਸ ਪਾਸੇ ਆਉਂਦੀਆਂ ਸੀ, ਜਿੱਥੋਂ ਕਿਹਾ ਜਾਂਦਾ ਕਿ ਇਹ ਜਿਹੜਾ ਨਵਾਂ ਓਮੀਕਰੋਨ ਆ ਉੱਥੋਂ ਨਿਕਲਿਆ, ਉੱਥੇ ਪੈਦਾ ਹੋਇਆ ਔਰ ਉੱਥੋਂ ਹੀ ਫੈਲ ਰਿਹਾ। ਸੋ ਉੱਥੇ ਜਿਹੜੀਆਂ ਸੀ ਡਾਇਰੈਕਟ ਫਲਾਈਟਾਂ ਉੱਤੇ ਰੋਕ ਜਿਹੜੀ ਉਹ ਲਾ ਦਿੱਤੀ ਸੀਗੀ। ਸੋ ਜਿਹੜੀਆਂ ਉਹ ਡਾਇਰੈਕਟ ਫਲਾਈਟਾਂ ਉੱਤੇ ਰੋਕ ਆ ਅੱਜ ਹਟਾ ਦਿੱਤੀ ਗਈ ਆ। ਸੋ ਹੁਣ ਉੱਥੋਂ ਡਾਇਰੈਕਟ ਫਲਾਈਟਾਂ, ਹਾਲਾਂਕਿ ਇੰਨੀਆਂ ਜ਼ਿਆਦਾ ਡਾਇਰੈਕਟ ਫਲਾਈਟਾਂ ਤਾਂ ਪਹਿਲਾਂ ਵੀ ਨਹੀਂ ਚੱਲ ਰਹੀਆਂ ਸੀਗੀਆਂ, ਪਰ ਕਿਉਂਕਿ ਇੱਕ ਅੰਤਰਰਾਸ਼ਟਰੀ ਪੱਧਰ ਤੇ ਮੈਸੇਜ ਜਾਂਦਾ ਆ ਕਿ ਉੱਥੇ ਮੁਲਕਾਂ ਉੱਤੇ ਇਹ ਬੈਨ ਲਾਇਆ ਗਿਆ ਵਾ। ਉਸ ਤੋਂ ਬਾਅਦ ਕੁਝ ਅਫਰੀਕਨ ਮੁਲਕਾਂ ਦੇ ਜਿਹੜੇ ਕੁਝ ਲੀਡਰ ਸੀ ਵੱਡੇ, ਉਹਨਾਂ ਵੱਲੋਂ ਇਸ ਦੀ ਆਲੋਚਨਾ ਵੀ ਕੀਤੀ ਗਈ ਸੀ ਕੈਨੇਡਾ ਸਰਕਾਰ ਦੇ ਇਸ ਫੈਸਲੇ ਦੀ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਵੱਖ-ਵੱਖ ਮੁਲਕਾਂ 'ਚ ਓਮੀਕਰੋਨ ਇਸ ਵਕਤ ਫੈਲ ਚੁੱਕਾ ਆ, ਪਰ ਟਾਰਗੇਟ ਸਿਰਫ ਉਹਨਾਂ ਹੀ 10 ਮੁਲਕਾਂ ਨੂੰ ਜਿਹੜਾ ਕੀਤਾ ਜਾ ਰਿਹਾ, ਜਿਸ ਨਾਲ ਉਹ ਕੁਝ ਜ਼ਿਆਦਾ ਹੀ ਮਹਿਸੂਸ ਕਰ ਰਹੇ ਨੇ। ਸੋ ਇਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਅੱਜ ਫੈਸਲਾ ਲਿਆ ਤੇ ਉੱਥੋਂ ਜਿਹੜਾ ਬੈਨ ਆ ਉਹ ਲਿਫਟ ਕਰ ਦਿੱਤਾ ਗਿਆ। ਹਾਲਾਂਕਿ ਹੋਰ ਬਹੁਤ ਸਾਰੀਆਂ ਸਖਤੀਆਂ ਕਰ ਦਿੱਤੀਆਂ ਗਈਆਂ ਨੇ। ਓਵਰਆਲ ਜਿਹੜਾ ਇੰਟਰਨੈਸ਼ਨਲ ਟਰੈਵਲ ਆ ਉਹਦੇ ਉੱਤੇ ਕੱਲ ਜਿਸ ਤਰੀਕੇ ਅਸੀਂ ਦੱਸਿਆ ਸੀ ਐਡਵਾਈਜ਼ਰੀ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਆ। ਅੱਜ ਫਿਰ ਕੈਨੇਡਾ ਸਰਕਾਰ ਵੱਲੋਂ ਦੁਹਰਾਇਆ ਗਿਆ ਕਿ ਲੋਕ ਜਿਹੜੇ ਆ ਉਹ ਕੈਨੇਡਾ ਤੋਂ ਬਾਹਰ ਨਾ ਜਾਣ, ਕਿਉਂਕਿ ਚਿੰਤਾ ਦੀ ਗੱਲ ਜ਼ਿਆਦਾ ਇਹ ਆ ਕਿ ਇਸ ਵਕਤ ਛੁੱਟੀਆਂ ਦਾ ਮੌਸਮ ਆ ਰਿਹਾ, ਅੱਗੇ ਤਿਉਹਾਰ ਆ ਰਿਹਾ। ਇਸ ਵਕਤ ਲੋਕਾਂ ਦੇ ਕਾਫੀ ਪਲਾਨ ਬਣੇ ਹੁੰਦੇ ਆ ਇਹਨਾਂ ਛੁੱਟੀਆਂ ਦੇ ਵਿੱਚ ਬਾਹਰਲੇ ਮੁਲਕਾਂ 'ਚ ਜਾ ਕੇ ਜਾਂ ਕਿਤੇ ਹੋਰ ਆਪਣੇ ਪਰਿਵਾਰਾਂ ਕੋਲ ਜਾ ਕੇ ਉੱਥੇ ਜਾ ਕੇ ਇਹ ਤਿਉਹਾਰ ਮਨਾਏ ਜਾਂਦੇ ਇਕੱਠੇ ਹੋ ਕੇ। ਪਰ ਕੈਨੇਡਾ ਸਰਕਾਰ ਵੱਲੋਂ ਵਾਰ-ਵਾਰ ਇਹ ਅਪੀਲ ਕੀਤੀ ਜਾ ਰਹੀ ਹੈ ਲੋਕਾਂ ਨੂੰ ਕਿ ਉਹ ਕਿਤੇ ਵੀ ਉਹਨਾਂ ਦੇ ਜਿਹੜੇ ਪਲਾਨ ਬਣੇ ਹੋਏ ਆ, ਜਿਹੜੇ ਨਾਨ ਐਸੈਂਸ਼ੀਅਲ ਆ, ਉਹ ਛੁੱਟੀਆਂ ਮਨਾਉਣ ਜੇ ਕਿਤੇ ਜਾਣ ਦੇ ਪਲਾਨ ਆ ਤਾਂ ਉਹਨਾਂ ਨੂੰ ਉਹ ਕੈਂਸਲ ਕਰ ਦੇਣ ਅਤੇ ਕੈਨੇਡਾ ਤੋਂ ਬਾਹਰ ਨਾ ਜਾਣ। ਜੀ ਮਨਦੀਪ ਜੀ, ਇਸ ਤੋਂ ਬਾਅਦ ਹੁਣ ਪੀਸੀਆਰ ਟੈਸਟ ਸੰਬੰਧੀ ਵੀ ਵੱਡੀ ਖਬਰ ਅੱਜ ਸਾਹਮਣੇ ਆਈ ਹੈ। ਸਰਕਾਰ ਵੱਲੋਂ ਉਹਨਾਂ ਨੂੰ ਰਾਹਤ ਦਿੱਤੀ ਗਈ ਸੀ ਜਿਹੜੇ ਕਿਸੇ ਛੋਟੇ ਟ੍ਰਿਪ ਤੋਂ ਵਾਪਸ ਕੈਨੇਡਾ ਆ ਰਹੇ ਸਨ, ਉਹਨਾਂ ਨੂੰ ਪੀਸੀਆਰ ਟੈਸਟ ਕਰਾਉਣ ਦੀ ਜ਼ਰੂਰਤ ਨਹੀਂ ਸੀ, ਪਰ ਹੁਣ ਇਹ ਰਾਹਤ ਜਿਹੜੀ ਹੈ ਉਹ ਵਾਪਸ ਲਈ ਜਾ ਰਹੀ ਹੈ। ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਸਰਕਾਰ ਵੱਲੋਂ ਨਵਾਂ ਫੈਸਲਾ ਸੁਣਾਇਆ ਗਿਆ। ਸਭ ਤੋਂ ਪਹਿਲਾਂ ਜੋ ਇਸ ਬਾਰੇ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਉੱਪਰ ਨਜ਼ਰ ਮਾਰ ਲੈਂਦੇ ਹਾਂ, ਬਾਕੀ ਦੀ ਜਾਣਕਾਰੀ ਅਸੀਂ ਤੁਹਾਡੇ ਤੋਂ ਬਾਅਦ ਹਾਸਿਲ ਕਰਾਂਗੇ। ਕੋਰੋਨਾ ਵਾਇਰਸ ਦੀ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡਾ ਸਰਕਾਰ ਵੱਲੋਂ ਯਾਤਰੀਆਂ ਸੰਬੰਧੀ ਇੱਕ ਵੱਡਾ ਫੈਸਲਾ ਲਿਆ ਗਿਆ। ਹੁਣ ਕੈਨੇਡਾ ਪਹੁੰਚਣ ਵਾਲੇ ਸਾਰੇ ਯਾਤਰੀਆਂ ਵਾਸਤੇ ਆਉਣ ਤੋਂ ਪਹਿਲਾਂ ਮੋਲੀਕੂਲਰ ਕੋਵਿਡ ਟੈਸਟ ਕਰਵਾਉਣਾ ਫਿਰ ਤੋਂ ਜ਼ਰੂਰੀ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਓਮੀਕਰੋਨ ਵੇਰੀਐਂਟ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਗਿਆ। ਹੁਣ 21 ਦਸੰਬਰ ਤੋਂ ਜਿਹੜੇ ਯਾਤਰੀ ਕੈਨੇਡਾ ਆਉਣਗੇ ਉਹਨਾਂ ਵਾਸਤੇ ਯਾਤਰਾ ਤੋਂ ਪਹਿਲਾਂ ਮੋਲੀਕੂਲਰ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਇਸ ਬਾਰੇ ਹੈਲਥ ਮਿਨਿਸਟਰ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਸਰਕਾਰ ਵੱਲੋਂ ਰਾਹਤ ਦਿੱਤੀ ਗਈ ਸੀ ਕਿ ਜਿਹੜੇ ਛੋਟੇ ਟ੍ਰਿਪਸ ਤੋਂ ਕੈਨੇਡਾ ਵਾਪਸ ਆਉਣਗੇ ਉਹਨਾਂ ਨੂੰ ਹੁਣ ਮੋਲੀਕੂਲਰ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਪਰ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਫੈਲਾਅ ਅਤੇ ਓਮੀਕਰੋਨ ਵੇਰੀਐਂਟ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਸਖਤੀ ਦਾ ਐਲਾਨ ਕਰ ਦਿੱਤਾ ਗਿਆ। 21 ਦਸੰਬਰ ਤੋਂ ਸਾਰੇ ਯਾਤਰੀਆਂ ਵਾਸਤੇ ਪ੍ਰੀ ਅਰਾਈਵਲ ਟੈਸਟ ਹੁਣ ਜ਼ਰੂਰੀ ਹੋਣ ਜਾ ਰਿਹਾ ਹੈ। ਇਸ ਬਾਰੇ ਸਰਕਾਰ ਵੱਲੋਂ ਕੀ ਐਲਾਨ ਕੀਤਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। We are reintroducing the requirement for a pre-arrival PCR test result for all travelers leaving the country for less than 72 hours. As of December 21st, the requirement for pre-arrival testing will therefore be in place again for all trips of all durations. It is important to note that this pre-arrival test will need to be taken in a country other than Canada. As I announced Wednesday, the Government of Canada is advising Canadians to avoid all non-essential travel outside the country. Official notice of this travel advisory is posted on travel.gc.ca. I will say it again, now is not the time to travel. We know how difficult it is for Canadians to have to postpone their travel to visit families or friends or to take a break
abroad. We are also aware of the many Canadians who are listening and are cancelling their trips. These Canadians are leading by example and helping protect the health of their family, their community, and of themselves. We do not want you to be stranded or to be sick abroad. Once you have left the country, once you are stranded, once you are sick, there is little the Canadian government can do to help you. In regards to testing at our borders, since our initial announcement at the beginning of the month, we have significantly increased the on-arrival testing. We have gone from a capacity to test 11,000 air travelers a day on November 30th to a capacity of 17,000 last Friday to a capacity of 21,000 today out of a goal of 23,000. ਮਨਦੀਪ ਜੀ, ਜਿਸ ਤਰ੍ਹਾਂ ਹੁਣ ਪੀਸੀਆਰ ਟੈਸਟ ਨੂੰ ਲੈ ਕੇ ਵੱਡਾ ਐਲਾਨ ਸਾਹਮਣੇ ਹੋ ਗਿਆ, ਪਹਿਲਾਂ ਵੀ ਕਾਫੀ ਦੇਰ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੀ ਇਹ ਰਿਕੁਆਇਰਮੈਂਟ ਹੈ ਉਸ ਨੂੰ ਹਟਾ ਦੇਣਾ ਚਾਹੀਦਾ, ਕਿਉਂਕਿ ਖਰਚੇ ਨੂੰ ਲੈ ਕੇ ਲਗਾਤਾਰ ਜ਼ਿਕਰ ਕੀਤਾ ਜਾ ਰਿਹਾ ਸੀ ਤੇ ਇੱਕ ਵਾਰ ਫਿਰ ਤੋਂ ਸਖਤੀ ਕੀਤੀ ਜਾ ਰਹੀ ਹੈ। ਕੀ ਲੱਗਦਾ ਇਸ ਨਾਲ ਕਿੰਨਾ ਕੁ ਫਰਕ ਆਉਣ ਵਾਲਾ ਹੈ? ਜੀ ਬਿਲਕੁਲ ਜੀ, ਕਿਉਂਕਿ ਹਾਲੇ ਥੋੜ੍ਹੇ ਦਿਨ ਪਹਿਲਾਂ ਇਹ ਤੋਂ ਛੋਟ ਮਿਲੀ ਸੀ ਔਰ ਖਾਸ ਕਰਕੇ ਜਿਹੜਾ ਇਹ ਰੂਲ ਸੀਗਾ ਕਿ 72 ਘੰਟੇ ਦੇ ਵਿੱਚ ਜੇਕਰ ਤੁਸੀਂ ਅੰਤਰਰਾਸ਼ਟਰੀ ਯਾਤਰਾ ਕਰਕੇ ਪਰਤ ਆਉਂਦੇ ਹੋ ਤਾਂ ਫਿਰ ਤੁਹਾਨੂੰ ਜਿਹੜਾ ਵਾ ਰਿਕੁਆਇਰਮੈਂਟ ਹੈਗੀ ਆ ਨੈਗੇਟਿਵ RT-PCR ਟੈਸਟ ਦੀ, ਫਿਰ ਉਹ ਨਹੀਂ ਦਿਖਾਉਣਾ ਪੈਂਦਾ ਸੀਗਾ। ਸੋ ਇਹ ਸਭ ਤੋਂ ਵੱਧ ਜੇਕਰ ਅਸੀਂ ਦੇਖੀਏ ਤਾਂ ਇਫੈਕਟਿਵ ਜਿਹੜਾ ਅਮਰੀਕਾ ਨਾਲ ਜਿਹੜਾ ਯਾਤਰਾ ਹੁੰਦੀ ਹੈ, ਕਿਉਂਕਿ ਕਈ ਵਾਰੀ ਕਿਉਂਕਿ ਸੜਕੀ ਸਰਹੱਦਾਂ ਨੇ, ਲੋਕ ਕਈ ਵਾਰੀ ਕੁਝ ਘੰਟਿਆਂ ਵਿੱਚ ਜਾ ਕੇ ਹੀ ਵਾਪਸ ਆ ਜਾਂਦੇ ਨੇ। ਉਹ ਵੀ ਕਾਫੀ ਸ਼ਿਕਾਇਤ ਕਰਦੇ ਸੀ ਵੀ ਅਸੀਂ ਜਾਣੇ ਤਾਂ ਕੁਝ ਕੁ ਘੰਟਿਆਂ ਲਈ ਆ, ਜਾਂ ਅਸੀਂ 10 ਘੰਟਿਆਂ 'ਚ 5 ਘੰਟਿਆਂ 'ਚ ਜਾਂ ਕਈ ਵਾਰੀ ਅਸੀਂ 24 ਘੰਟਿਆਂ 'ਚ ਵਾਪਸ ਪਰਤ ਆਉਂਦੇ ਹਾਂ, ਪਰ ਫਿਰ ਸਾਨੂੰ ਆਉਂਦਿਆਂ $400-500 ਜਾਂ ਜਿੰਨੀ ਵੀ ਉਹਦੀ ਕੀਮਤ ਆ, ਕਈ ਥਾਵਾਂ ਤੇ ਇਸ ਤੋਂ ਵੱਧ ਆ ਜਾਂ ਕਈ ਥਾਵਾਂ ਤੇ ਘੱਟ ਆ। ਸੋ ਉਹ ਕੀਮਤ ਜਿਹੜੀ ਆ ਅਦਾ ਕਰਨੀ ਪੈਂਦੀ ਆ ਔਰ ਅਸੀਂ ਇੰਨੀ ਜਲਦੀ ਫਿਰ ਦੁਬਾਰਾ ਆ ਕੇ ਟੈਸਟ, ਪਹਿਲਾਂ ਉਹ ਕੈਨੇਡਾ 'ਚੋਂ ਟੈਸਟ ਕਰਵਾਉਂਦੇ ਨੇ। ਹਾਲਾਂਕਿ ਅਮਰੀਕਾ ਵੱਲੋਂ ਕੋਈ ਇੱਦਾਂ ਦੀ ਜਿਹੜੀ ਉਹ ਨਹੀਂ ਰੱਖੀ ਗਈ ਸੀ, ਉਹ ਸਿਰਫ ਪ੍ਰੂਫ ਆਫ ਵੈਕਸੀਨੇਸ਼ਨ ਦੀ ਉੱਥੇ ਦਿਖਾਉਣਾ ਪੈਂਦਾ ਸੀਗਾ, ਪਰ ਫਿਰ ਵੀ ਲੋਕਾਂ ਨੂੰ ਕਾਫੀ ਖਰਚੇ ਦੀ ਜਿਹੜੀ ਉਹਦੇ ਉੱਤੇ ਮੁਸ਼ਕਲ ਆਉਂਦੀ ਸੀਗੀ। ਖਾਸ ਕਰਕੇ BC ਦੇ ਪ੍ਰੀਮੀਅਰ ਖੁਦ ਇਸ ਹੱਕ ਵਿੱਚ ਸੀਗੇ ਵੀ ਇਸ ਤਰੀਕੇ ਨਾਲ ਟੈਸਟ ਨਹੀਂ ਹੋਣਾ ਚਾਹੀਦਾ। ਜੇਕਰ ਕੋਈ 2-3 ਦਿਨ ਜਾਂ 36 ਘੰਟੇ ਵਿੱਚ ਮੁੜ ਕੇ ਆਉਂਦਾ ਆ, ਕਈ ਵਾਰ ਤਾਂ ਸਿਰਫ ਕੁਝ ਹੀ ਘੰਟੇ 'ਚ ਵਾਪਸ ਆ ਜਾਂਦੇ ਆ, ਤਾਂ ਉਹਦੇ ਉੱਤੇ ਵੀ ਸਮੱਸਿਆ ਆਉਂਦੀ। ਉਸ ਤੋਂ ਬਾਅਦ ਕੈਨੇਡਾ ਨੇ ਇਹ ਛੋੜ ਦੇ ਦਿੱਤੀ ਸੀ ਕਿ ਜੇਕਰ ਤੁਸੀਂ 72 ਘੰਟਿਆਂ ਦੇ ਵਿੱਚ ਵਾਪਸ ਆ ਜਾਂਦੇ ਹੋ ਤਾਂ ਫਿਰ ਤੁਹਾਨੂੰ RT-PCR ਟੈਸਟ ਮੁੜਦੇ ਹੋਏ ਕਰਵਾਉਂਦੇ ਹੋਣ ਦੀ ਕੋਈ ਲੋੜ ਨਹੀਂ ਗੀ। ਪਰ ਹੁਣ ਜੇਕਰ ਅਸੀਂ ਓਮਿਕਰੋਨ ਵਜੋਂ ਦੇਖਦੇ ਹਾਂ, ਓਮਿਕਰੋਨ ਤਾਂ ਹੁਣ ਸਰਕਾਰ ਨੇ ਇਹ ਜਿਹੜੀ ਛੋਟ ਹੈ ਵਾਪਸ ਲੈ ਲਈ ਆ। ਇਸ ਤੋਂ ਪਹਿਲਾਂ ਜਿੰਨੇ ਵੀ ਅੰਤਰਰਾਸ਼ਟਰੀ ਯਾਤਰੀ ਇਸ ਵਕਤ ਆ ਰਹੇ ਨੇ ਕੈਨੇਡਾ ਵਿੱਚ, ਹਾਲਾਂਕਿ ਇਹਦੇ ਉੱਤੇ ਕਾਫੀ ਕਨਫਿਊਜ਼ਨ ਵੀ ਹੈਗੀ ਆ। ਉਹਦੇ ਵਿੱਚ ਹੁਣ ਇਹ ਆ ਕਿ ਬਾਕੀਆਂ ਦਾ ਵੀ ਜਿਹੜਾ ਉਹ ਹਵਾਈ ਅੱਡੇ ਉੱਤੇ ਵੀ ਅਰਾਈਵਲ ਟੈਸਟ ਵੀ ਹੋ ਰਿਹਾ ਵਾ, ਪਰ ਹੁਣ ਤੁਹਾਨੂੰ ਉਧਰੋਂ ਵੀ ਜਿਹੜੇ ਸਾਰੇ ਉਹ ਟੈਸਟ ਕਰਾ ਕੇ ਆਉਂਦੇ ਆ, ਚਾਹੇ ਪੰਜਾਬ ਤੋਂ, ਭਾਰਤ ਤੋਂ ਕੋਈ ਆਵੇ, ਚਾਹੇ ਹੋਰ ਕਿਤੇ ਮੁਲਕ ਤੋਂ ਆਵੇ। ਸੋ ਹੁਣ ਅਮਰੀਕਾ ਤੋਂ ਵੀ, ਜਾਂ ਅਸੀਂ ਇਹ ਕਹੀਏ ਕਿ 72 ਘੰਟੇ, ਚਾਹੇ ਤੁਸੀਂ 4-5 ਘੰਟੇ ਦੀ ਵੀ ਕੋਈ ਅੰਤਰਰਾਸ਼ਟਰੀ ਯਾਤਰਾ ਕਰਕੇ ਆਓ, ਤਾਂ ਮੁੜ ਤੇ ਆਉਂਦੇ ਹੋਏ ਤੁਹਾਨੂੰ ਜਿਹੜਾ ਹੁਣ RT-PCR ਟੈਸਟ ਕਰਵਾ ਕੇ ਹੀ ਤੁਸੀਂ ਵਾਪਸ ਕੈਨੇਡਾ 'ਚ ਦਾਖਲ ਹੋ ਸਕਦੇ ਹੋ। ਓਮਿਕਰੋਨ ਨੂੰ ਦੇਖਦਿਆਂ ਜਿਹੜਾ ਇਹ ਸਾਰਾ ਕੁਝ ਕੀਤਾ ਜਾ ਰਿਹਾ, ਜਿਹੜਾ ਨਵਾਂ ਵੇਰੀਐਂਟ ਆ ਜਿਹੜਾ ਕਾਫੀ ਤੇਜ਼ੀ ਨਾਲ ਕੈਨੇਡਾ 'ਚ ਫੈਲ ਰਿਹਾ। ਕੈਨੇਡਾ ਦੇ ਜਿਹੜੇ ਸਿਹਤ ਮੰਤਰੀ ਆ, ਜੋ ਇਸ ਵਕਤ ਸਕਰੀਨ ਤੇ ਦਿਖਾਈ ਦੇ ਰਹੇ ਸੀ, ਜਿਨ੍ਹਾਂ ਵੱਲੋਂ ਐਲਾਨ ਕੀਤਾ ਗਿਆ, ਸੋ ਉਹਨਾਂ ਵੱਲੋਂ ਅੱਜ ਇਹ ਦੱਸਿਆ ਗਿਆ ਕਿ ਜਿਹੜੀ 72 ਘੰਟੇ ਵਾਲੀ ਛੋਟ ਹੈ ਇਹ ਵਾਪਸ ਕਰ ਦਿੱਤੀ ਗਈ ਆ। ਸੋ ਮੇਰੇ ਖਿਆਲ ਨਾਲ ਇਹਦੇ ਨਾਲ ਵੀ ਜਿਹੜੀ ਯਾਤਰਾ ਹੁੰਦੀ ਸੀ, ਖਾਸ ਕਰਕੇ ਲੋਕ ਅਮਰੀਕਾ ਨੂੰ ਜਾਂਦੇ ਸੀਗੇ, ਔਰ ਖਾਸ ਕਰਕੇ ਅੱਜ ਛੁੱਟੀਆਂ ਦੇ ਦਿਨਾਂ ਵਿੱਚ ਜਦੋਂ ਉਹਨਾਂ ਨੇ ਜਾਣਾ ਸੀ, ਬਹੁਤ ਸਾਰੇ ਲੋਕ ਤਾਂ ਸ਼ਾਪਿੰਗ ਕਰਨ ਵੀ ਜਾਂਦੇ ਨੇ। ਸੋ ਹਾਲਾਂਕਿ ਇਸ ਤੋਂ ਪਹਿਲਾਂ ਵੀ ਨਾਨ ਐਸੈਂਸ਼ੀਅਲ ਟਰੈਵਲ ਦੀ ਜਿਹੜੀ ਉਹ ਐਡਵਾਈਜ਼ਰੀ ਜਾਰੀ ਕੀਤੀ ਹੋਈ ਆ, ਪਰ ਉਹਦੇ ਨਾਲ ਜਿਹੜੀ ਆਹ ਛੋਟ ਵਾਪਸ ਲਈ ਗਈ ਆ, ਇਹਦੇ ਨਾਲ ਵੀ ਕਾਫੀ ਫਰਕ ਪਵੇਗਾ, ਕਿਉਂਕਿ ਜੇਕਰ ਆਉਂਦੇ ਹੋਏ RT-PCR ਟੈਸਟ ਕਰਾਉਣਾ ਪਿਆ ਤਾਂ ਉਸ ਸ਼ਾਪਿੰਗ ਉੱਤੇ ਟੈਕਸ ਵੀ ਕਾਫੀ ਜਿਹੜਾ ਉਹ ਲੱਗ ਜਾਣਾ। ਸੋ ਮੈਨੂੰ ਲੱਗਦਾ ਕਿ ਉਸ ਐਡਵਾਈਜ਼ਰੀ ਨੂੰ ਹੋਰ ਅਮਲ ਦੇ ਵਿੱਚ ਲਿਆਉਣ ਲਈ ਜਿਹੜਾ ਵਾ ਇਹ ਕੈਨੇਡਾ ਸਰਕਾਰ ਵੱਲੋਂ ਕੀਤਾ ਗਿਆ। ਜੀ ਮਨਦੀਪ ਜੀ, ਇਸ ਤੋਂ ਬਾਅਦ ਅਲਬਰਟਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ MPs ਦੇ ਉੱਪਰ ਬੈਨ ਲਗਾਇਆ ਗਿਆ। ਕਿਹੜੇ ਬੈਨ ਦੀ ਗੱਲ ਕਹੀ ਜਾ ਰਹੀ ਹੈ, ਕੀ ਇਸ ਬਾਰੇ ਜਾਣਕਾਰੀ ਸਾਹਮਣੇ ਆਈ? ਜੀ ਬਿਲਕੁਲ ਜੀ, ਕੈਨੇਡਾ ਸਰਕਾਰ ਵੱਲੋਂ ਇੱਕ ਐਡਵਾਈਜ਼ਰੀ ਜਿਹੜੀ ਆ ਉਹ ਜਾਰੀ ਕੀਤੀ ਗਈ ਆ। ਜਿਵੇਂ ਮੈਂ ਹੁਣੇ ਪਹਿਲੀ ਖਬਰ ਜ਼ਿਕਰ ਕਰਕੇ ਹਟਿਆ ਕਿ ਜਿਹੜਾ ਨਾਨ ਐਸੈਂਸ਼ੀਅਲ ਟਰੈਵਲ ਆ ਉਹ ਨਾ ਕੀਤਾ ਜਾਵੇ। ਕੱਲ ਅਸੀਂ ਚਰਚਾ ਕੀਤੀ ਸੀ ਕਿ ਫੈਡਰਲ ਪੱਧਰ ਉੱਤੇ ਕਿਸ ਤਰੀਕੇ ਨਾਲ ਜਿਹੜੀਆਂ ਪਾਰਟੀਆਂ ਕਰ ਰਹੀਆਂ ਨੇ। ਲਿਬਰਲ ਨੇ ਆਪਣੇ MPs ਨੂੰ ਕਿਹਾ ਕਿ ਉਹ ਬਾਹਰ ਨਾ ਜਾਣ, NDP ਨੇ ਵੀ ਆਪਣੇ MPs ਨੂੰ ਕਹਿ ਦਿੱਤਾ, ਪਰ ਕੰਜ਼ਰਵੇਟਿਵ ਨੇ ਆਪਣੇ MPs ਨੂੰ ਨਹੀਂ ਕਿਹਾ। ਉਹ ਕਹਿੰਦੇ ਵੀ ਜੋ ਆਮ ਲੋਕਾਂ ਉੱਤੇ ਜੋ ਲਾਗੂ ਹੁੰਦਾ ਉਹੀ ਸਾਡੇ ਤੇ ਹੁੰਦਾ ਹੈ, ਔਰ ਅਸੀਂ ਵੈਕਸੀਨ ਵੀ ਜਿਹੜੀ ਲਗਵਾਈ ਹੋਈ ਆ। ਸੋ ਇੱਕ ਤਰ੍ਹਾਂ ਨਾਲ ਇਸ ਫੈਸਲੇ ਤੋਂ ਜਿਹੜੇ ਬਾਕੀ ਪਾਰਟੀਆਂ ਨੇ ਕੀਤਾ ਉਹ ਤੋਂ ਬਾਗੀ ਨਜ਼ਰ ਆਏ। ਅੱਜ ਅਸੀਂ ਗੱਲ ਕਰਦੇ ਹਾਂ ਅਲਬਰਟਾ ਦੀ, ਜਿੱਥੇ
ਜਿਹੜੀ ਉੱਥੇ ਦੀ ਸੱਤਾਧਾਰੀ ਪਾਰਟੀ ਆ UCP ਉਹਦੇ MLAs ਲਈ ਜਿਹੜਾ ਵਾ ਇੱਕ ਹੁਕਮ ਜਾਰੀ ਕੀਤਾ ਗਿਆ ਕਾਕਸ ਦੇ ਲਈ ਕਿ ਉਹ ਇੰਟਰਨੈਸ਼ਨਲ ਟਰੈਵਲ ਜਿਹੜੀ ਆ ਇਹਨਾਂ ਛੁੱਟੀਆਂ ਦੇ ਦੌਰਾਨ ਨਹੀਂ ਕਰਨਗੇ। ਕ੍ਰਿਸਮਸ ਦੇ ਦੌਰਾਨ ਉਹ ਕਿਤੇ ਵੀ ਕੈਨੇਡਾ ਤੋਂ ਬਾਹਰ ਨਹੀਂ ਜਾ ਸਕਦੇ। ਇਹ ਉਹਨਾਂ ਦੀ ਪਾਰਟੀ ਵੱਲੋਂ ਜਿਹੜਾ ਫਰਮਾਨ ਹੈ ਉਹ ਜਾਰੀ ਕਰ ਦਿੱਤਾ ਗਿਆ ਔਰ ਇਹ ਫਰਮਾਨ ਜਾਰੀ ਕਰਦਿਆਂ ਇਹ ਕਿਹਾ ਗਿਆ ਕਿ ਅਸੀਂ ਲੋਕਾਂ ਨੂੰ ਜੋ ਐਡਵਾਈਜ਼ਰੀ ਜਾਰੀ ਕਰਦੇ ਹੋ ਸਾਨੂੰ ਆਪਣੇ ਆਪ ਤੇ ਵੀ ਅਮਲ ਕਰਨੀ ਚਾਹੀਦੀ ਆ ਅਤੇ ਇਹ ਲੀਡਰਸ਼ਿਪ ਦਿਖਾਉਣ ਦਾ ਵੇਲਾ ਆ ਅਤੇ ਲੀਡਰਸ਼ਿਪ ਇਹੀ ਆ ਕਿ ਜੋ ਤੁਸੀਂ ਕਹਿ ਰਹੇ ਹੋ ਪਹਿਲਾਂ ਖੁਦ ਉਸ ਤੇ ਅਮਲ ਕਰੋ। ਸੋ ਇਸ ਤਰੀਕੇ ਨਾਲ ਜਿਹੜੀ ਉੱਥੇ ਦੀ ਸੱਤਾਧਾਰੀ ਪਾਰਟੀ ਆ ਉਹ ਜਿਹੜੀ ਆ ਉਹਨੇ ਇਹ ਖਾਸ ਕਰਕੇ ਜਾਰੀ ਕੀਤਾ ਆਪਣੇ ਕਾਕਸ ਦੇ ਲਈ ਕਿ ਉਹ ਕੈਨੇਡਾ ਛੱਡ ਕੇ ਇਹਨਾਂ ਛੁੱਟੀਆਂ ਦੇ ਦੌਰਾਨ ਨਹੀਂ ਜਾਣਗੇ। ਸੋ ਜਿਹੜੀ ਕੈਨੇਡਾ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਹਦੇ ਉੱਤੇ ਸਖਤੀ ਨਾਲ ਉਹ ਅਮਲ ਕਰਨਗੇ। ਜੀ ਮਨਦੀਪ ਜੀ, ਹੁਣ ਇਹ ਵੀ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਜਿਹੜੇ ਵੱਖ-ਵੱਖ ਪ੍ਰੋਵਿੰਸਸ ਨੇ, ਸੂਬੇ ਨੇ, ਉਹਨਾਂ ਵੱਲੋਂ ਵੀ ਸਖਤੀ ਕੀਤੀ ਜਾ ਰਹੀ ਹੈ। ontario ਤੋਂ ਵੀ ਅੱਜ 3000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਨੇ। ਹੁਣ ਇੱਥੇ ਕਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ, ਰਿਸਟ੍ਰਿਕਸ਼ਨਸ ਦੇ ਬਾਰੇ ontario ਤੋਂ ਕੀ ਜਾਣਕਾਰੀ ਸਾਹਮਣੇ ਆਈ ਹੈ? ਬਿਲਕੁਲ ਜੀ, ਸਭ ਤੋਂ ਪਹਿਲਾਂ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ 3000 ਤੋਂ ਵੱਧ ਜਿਹੜੇ ਮਾਮਲੇ ਸਾਹਮਣੇ ਆਏ ਆ, ਇਹਨਾਂ ਮਾਮਲਿਆਂ ਦੇ ਵਿੱਚ ਇੱਕਦਮ ਜਿਹੜਾ ਵਾਧਾ ਹੋਇਆ ਜਿਸ ਕਰਕੇ ਚਿੰਤਾ ਕਾਫੀ ontario ਦੀ ਵੱਧ ਗਈ ਆ। ਇਹੀ ਅਸੀਂ ਇਸੇ ਦਿਨ ਪਿਛਲੇ ਹਫਤੇ ਦੀ ਗੱਲ ਕਰੀਏ ਤਾਂ 1000 ਦੇ ਕਰੀਬ ਕੇਸ ਆਏ ਸੀਗੇ। ਬੀਤੇ ਦਿਨ ਉੱਥੇ 2400 ਜਿਹੜਾ ਮਾਮਲਾ ਸਾਹਮਣੇ ਆਇਆ ਸੀ ਇੱਕਦਮ ਹੀ, ਤੇ ਅੱਜ ਇੱਕਦਮ 1000 ਹੋਰ ਵੱਧ ਕੇ ਇਹ ਜਿਹੜਾ ਵਾ 32-3300 ਤੱਕ ਪਹੁੰਚ ਗਿਆ। 3000 ਤੋਂ ਉੱਪਰ ਜਿਹੜਾ ਇਹ ਪਹੁੰਚ ਗਿਆ ਵਾ ਔਰ ਇਹਦੇ ਵਿੱਚ ਕਾਫੀ ਕੇਸ ਜਿਹੜੇ ਉਹ ਓਮਿਕਰੋਨ ਨਾਲ ਸੰਬੰਧਿਤ ਵੀ ਦੱਸੇ ਜਾ ਰਹੇ ਨੇ ਔਰ ਖਾਸ ਕਰਕੇ ਰਾਜਧਾਨੀ ਓਟਵਾ ਵਿੱਚ ਵੀ ਕਾਫੀ ਮਾਮਲੇ ਸਾਹਮਣੇ ਆ ਰਹੇ ਨੇ। ਸੋ ਜਿਸ ਨੂੰ ਦੇਖਦਿਆਂ ਹੋਇਆਂ, ਕਿਉਂਕਿ ਅਸੀਂ ਕੱਲ ਵੀ ਚਰਚਾ ਕੀਤੀ ਸੀ ਕਿ ਜਿਹੜੇ ਮਾਹਰ ਨੇ ਉਹਨਾਂ ਵੱਲੋਂ ਸਰਕਟ ਬ੍ਰੇਕਡਾਊਨ ਜਿਹੜਾ ਲਾਕਡਾਊਨ ਆ ਉਹਦੀ ਮੰਗ ਕੀਤੀ ਜਾ ਰਹੀ ਆ। ਸੋ ਉਹਦੇ ਵਿੱਚ ਹੁਣ ਜਿਹੜੀਆਂ ਪਹਿਲਾਂ ਵਾਲੀਆਂ ਹਾਲਤ ਸੀ ਉਹਦੇ ਤੇ ਹੌਲੀ ਹੌਲੀ ਵਾਪਸ ਜਾਇਆ ਜਾ ਰਿਹਾ। ਇੱਕ ਤਾਂ ਸਖਤੀ ਨਾਲ ਪ੍ਰੂਫ ਆਫ ਵੈਕਸੀਨੇਸ਼ਨ ਲਾਗੂ ਕਰਨ ਦੀ ਗੱਲ ਕੀਤੀ ਜਾ ਰਹੀ ਆ, ਦੂਜੇ ਪਾਸੇ ਜਿਹੜੀ ਕਪੈਸਿਟੀ ਆ ਉਹ 50-50% ਦੀ ਘਟਾਈ ਜਾ ਰਹੀ ਆ ਔਰ ਇਹਦੇ ਵਿੱਚ ਇਹ ਵੀ ਆ ਕਿ ਹੁਣ ਛੁੱਟੀਆਂ ਦੇ ਦਿਨ ਨੇ, ਇੱਥੇ ਲੋਕਾਂ ਨੂੰ ਮੁਸ਼ਕਲ ਵੀ ਪੇਸ਼ ਆ ਸਕਦੀ ਆ। ਲੋਕ ਥੋੜਾ ਇਸ ਉੱਤੇ ਇਤਰਾਜ਼ ਵੀ ਕਰ ਸਕਦੇ ਆ, ਪਰ ਕਿਉਂਕਿ ਓਮਿਕਰੋਨ ਦਾ ਖਤਰਾ ਵੀ ਬਰਾਬਰ ਬਣਿਆ ਹੋਇਆ, ਸੋ ਇਸ ਕਰਕੇ ਸਰਕਾਰ ਨੂੰ ਜਿਹੜੇ ਉਹ ਕਦਮ ਚੁੱਕਣੇ ਪੈ ਰਹੇ ਨੇ। ਸੋ ਇਦਾਂ ਹੀ ਕੁਝ ਉਧਰ ontario ਵਿੱਚ ਵੀ ਮਾਫ ਕਰਨਾ ਕਿਊਬਕ ਵਿੱਚ ਵੀ ਹੋ ਰਿਹਾ। ਉੱਥੇ ਵੀ ਅੱਜ 3700 ਦੇ ਕਰੀਬ ਜਿਹੜੇ ਆ ਮਾਮਲੇ ਸਾਹਮਣੇ ਆਏ ਨੇ, ਜੋ ਕਿ ਇੱਕਦਮ ਵਾਧਾ ਇਹਨਾਂ 'ਚ ਹੋ ਰਿਹਾ ਤੇ ਉੱਥੇ ਵੀ ਕਾਫੀ ਮਾਮਲੇ ਓਮਿਕਰੋਨ ਨਾਲ ਸੰਬੰਧਿਤ ਨੇ। ਉੱਥੇ ਵੀ ਜਿਹੜੇ ਰੈਸਟੋਰੈਂਟ ਆ ਜਾਂ ਬਾਰ ਆ ਜਾਂ ਸਕੂਲ ਆ ਉਹਨਾਂ ਸੰਬੰਧੀ ਨਵੇਂ ਸਿਰੋਂ ਵਿਚਾਰ ਕੀਤਾ ਜਾ ਰਿਹਾ। ਨਵੇਂ ਸਿਰੋਂ ਉੱਥੇ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ, ਸਖਤੀ ਕੀਤੀ ਜਾ ਰਹੀ ਆ। ਸੋ ਡਿਟੇਲ ਦੇ ਵਿੱਚ ਵੈਬਸਾਈਟ ਦੇ ਉੱਤੇ ਜਿਹੜੀ ਇਨਫੋਰਮੇਸ਼ਨ ਹੈ ਉਹ ਸਰਕਾਰਾਂ ਵੱਲੋਂ ਜਾਰੀ ਕੀਤੀ ਜਾ ਰਹੀ ਆ। ਸੋ ਉੱਥੋਂ ਦਰਸ਼ਕ ਦੇਖ ਵੀ ਸਕਦੇ ਆ ਕਿ ਕਿੱਥੇ ਕਿੱਥੇ, ਹਾਲਾਂਕਿ ਇੱਕ ਤਾਂ ਸਾਰੇ ਪਾਸੇ ਜਿਹੜੀ ਕਾਮਨ ਇੱਕ ਗੱਲ ਕੀਤੀ ਜਾ ਰਹੀ ਹੈ ਕਿ ਕਪੈਸਿਟੀ ਆ ਜਿਹੜੀ ਇਨਡੋਰ ਸਪੇਸਸ ਆ ਜਿਹੜੀਆਂ ਉੱਥੇ 50% ਜਿਹੜੀ ਉਹ ਕਰ ਦਿੱਤੀ ਗਈ ਆ। ਇਹ ontario ਵਿੱਚ ਵੀ ਹੋਇਆ, ਇਹ BC ਵਿੱਚ ਵੀ ਹੋਇਆ ਔਰ ਇਹ ਜਿਹੜਾ ਵਾ ਕਿਊਬਕ ਵਿੱਚ ਵੀ ਕੀਤਾ ਜਾ ਰਿਹਾ। ਸੋ ਓਮਿਕਰੋਨ ਨੂੰ ਰੋਕਣ ਦੇ ਲਈ, ਜੋ ਕਿ ਡੈਲਟਾ ਨਾਲੋਂ ਕਿਤੇ ਤੇਜ਼ੀ ਨਾਲ ਫੈਲ ਰਿਹਾ, ਸੋ ਖਤਰਨਾਕ ਕਿੰਨਾ ਆ, ਇਹਦੇ ਤੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਉਹ ਵਿਚਾਰਧਾਵਾਂ, ਵੱਖ-ਵੱਖ ਵਿਚਾਰ ਪੇਸ਼ ਕੀਤੇ ਜਾ ਰਹੇ ਨੇ। ਪਰ ਇੱਕ ਵਿਚਾਰ ਉੱਤੇ ਸਾਰੇ ਸਹਿਮਤ ਨੇ ਕਿ ਫੈਲਦਾ ਕਾਫੀ ਤੇਜ਼ੀ ਨਾਲ ਆ। ਸੋ ਅਸੀਂ ਕੱਲ ਵੀ ਦੱਸਿਆ ਸੀ ਕਿ ontario ਵਿੱਚ ਸੋਮਵਾਰ ਤੋਂ 18 ਸਾਲ ਤੋਂ ਉੱਪਰ ਦੇ ਲੋਕਾਂ ਲਈ ਬੂਸਟਰ ਸ਼ਾਟ ਵੀ ਲੱਗਣੇ ਸ਼ੁਰੂ ਹੋ ਰਹੇ ਆ। ਸੋ ਓਮਿਕਰੋਨ ਨੂੰ ਲੈ ਕੇ ਇਸ ਵਕਤ ਸਰਕਾਰਾਂ ਕਾਫੀ ਚਿੰਤਾ ਵਿੱਚ ਨੇ ਤੇ ਤੇਜ਼ੀ ਨਾਲ ਫੈਸਲੇ ਲੈ ਰਹੀਆਂ ਨੇ। ਜੀ ਮਨਦੀਪ ਜੀ, ਇਹ ਤਾਂ ਕਿਊਬਿਕ ਤੇ ontario ਦੀ ਗੱਲ ਹੋਈ ਤੇ ਬ੍ਰਿਟਿਸ਼ ਕੋਲੰਬੀਆ ਤੋਂ ਇਸ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ? ਇੱਥੇ ਕਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੂੰ ਧਿਆਨ ਵਿੱਚ ਰੱਖਦੇ ਆ ਕਿਹੜੇ ਕਦਮ ਚੁੱਕੇ ਗਏ ਨੇ? ਬਿਲਕੁਲ ਜੀ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਲਗਭਗ ਉਸੇ ਤਰੀਕੇ ਦੀਆਂ ਪਾਬੰਦੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਇੱਕ ਤਾਂ ਦੁਬਾਰਾ ਮੈਸੇਜ ਦਿੱਤਾ ਜਾ ਰਿਹਾ ਕਿ ਪ੍ਰੂਫ ਆਫ ਵੈਕਸੀਨੇਸ਼ਨ ਜਿਹੜਾ ਆ ਉਹ ਸਾਰੀਆਂ ਥਾਵਾਂ ਤੇ ਸਖਤੀ ਨਾਲ ਲਾਗੂ ਕੀਤਾ ਜਾਵੇ। ਕਪੈਸਿਟੀ ਜਿਹੜੀ ਆ ਇਨਡੋਰ ਸਪੇਸਸ ਦੀ ਉਹ ਜਿਹੜੀ ਆ ਜੋ ਚਾਹੇ ਪਾਰਟੀਆਂ ਹੋ ਰਹੀਆਂ ਨੇ ਚਾਹੇ ਜੋ ਵੀ ਹੋ ਰਿਹਾ ਉਹਦੀ 50% ਜਿਹੜੀ ਉਹ ਕਰ ਦਿੱਤੀ ਗਈ ਆ। ਔਰ ਪਹਿਲਾਂ ਵਾਂਗ ਜੇਕਰ ਹੁਣ ਤੁਸੀਂ ਘਰਾਂ ਦੇ ਵਿੱਚ ਵੀ ਪਾਰਟੀ ਕਰਦੇ ਹੋ ਤਾਂ ਉਹਦੇ ਵਿੱਚ ਵੀ ਸ਼ਾਇਦ 12 ਕੁ ਜਾਣਿਆਂ ਦਾ ਕਰ ਦਿੱਤਾ ਗਿਆ। ਥੋੜੀ ਜਿਹੀ ਉਹਦੇ ਤੇ ਮੈਨੂੰ ਕਨਫਿਊਜ਼ਨ ਆ, ਸੋ ਉਹਦੇ ਉੱਤੇ ਵੀ ਸਰਕਾਰ ਨੇ ਫੈਸਲਾ ਲਿਆ ਵਾ। ਇਹਦੇ ਨਾਲ ਨਾਲ ਜਿਹੜੀਆਂ ਵਾ ਕੁਝ ਹੋਰ ਚੀਜ਼ਾਂ ਆ ਉਹਦੇ ਉੱਤੇ ਵੀ ਸਰਕਾਰ ਲੈ ਰਹੀ ਆ ਫੈਸਲਾ। ਔਰ ਡਾਂਸ ਕਰਨ ਉੱਤੇ ਜਿਹੜੀਆਂ ਪਾਰਟੀਆਂ ਨੇ ਉਹਦੇ ਵਿੱਚ ਬਕਾਇਦਾ ਜਿਹੜੀ ਉਹ ਦੂਰੀ ਬਣਾ ਕੇ ਰੱਖਣ ਅਤੇ ਡਾਂਸ ਦੀ ਜਿਹੜੀ ਆ ਰੋਕ ਲਾਈ ਗਈ ਆ। ਸੋ ਓਮਿਕਰੋਨ ਨੂੰ ਲੈ ਕੇ ਲਗਾਤਾਰ ਇੱਥੇ ਵੀ ਮਾਮਲੇ ਜਿਹੜੇ ਆ ਰਹੇ ਨੇ ਔਰ ਬੂਸਟਰ ਸ਼ਾਟ ਨੂੰ ਲੈ ਕੇ ਵੀ BC ਕੋਈ ਜਲਦ ਵੱਡਾ ਫੈਸਲਾ ਲੈ ਸਕਦਾ। ਹਾਲਾਂਕਿ ਇੱਥੇ ਆਲਰੇਡੀ ਬੂਸਟਰ ਸ਼ਾਟ ਲੱਗ ਰਿਹਾ, ਪਰ ਇੱਥੇ ਹਾਲੇ ਤੱਕ 18 ਸਾਲ ਵਾਲਾ ਐਲਾਨ ਨਹੀਂ ਕੀਤਾ ਗਿਆ। ਸੋ ਉਮੀਦ ਹੈ ਕਿ ਜਲਦੀ ਹੀ ਕਿਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਰਕਾਰ ਇਹਦੇ ਤੇ ਐਲਾਨ ਵੀ ਕਰ ਸਕਦੀ ਹੈ।
ਮਨਦੀਪ ਜੀ, ਅਗਲੀ ਜਿਹੜੀ ਖਬਰ ਹੈ ਉਹ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਹੈ। ਇਮੀਗ੍ਰੇਸ਼ਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਨਵੰਬਰ ਮਹੀਨੇ ਜਿਹੜੇ ਰਿਕਾਰਡ ਤੋੜ ਪੀਆਰ ਨੇ ਕੈਨੇਡਾ ਵਿੱਚ ਲੈਂਡ ਹੋਏ, ਇਸ ਬਾਰੇ ਕੀ ਰਿਪੋਰਟ ਸਾਹਮਣੇ ਆ ਰਹੀ ਹੈ? ਬਾਕੀ ਮਹੀਨਿਆਂ ਦੇ ਬਾਰੇ ਕੀ ਜਾਣਕਾਰੀ ਹੈ? ਜੀ ਬਿਲਕੁਲ ਜੀ, ਇਮੀਗ੍ਰੇਸ਼ਨ ਨੂੰ ਲੈ ਕੇ ਹਰ ਰੋਜ਼ ਵੱਡੀਆਂ ਖਬਰਾਂ ਆ ਰਹੀਆਂ ਨੇ ਔਰ ਜਿਸ ਤਰੀਕੇ ਨਾਲ ਉਮੀਦ ਜਤਾਈ ਜਾ ਰਹੀ ਸੀ ਕਿ ਜਦੋਂ ਨਵੰਬਰ ਮਹੀਨੇ ਦੀ ਰਿਪੋਰਟ ਆਵੇਗੀ ਉਹਦੇ ਵਿੱਚ ਵੀ ਰਿਕਾਰਡ ਜਿਹੜੇ ਟੁੱਟਣਗੇ, ਕਿਉਂਕਿ ਅਸੀਂ ਪਹਿਲਾਂ ਵੀ ਦਰਸ਼ਕਾਂ ਨੂੰ ਦੱਸ ਚੁੱਕੇ ਹਾਂ ਕਿ ਇਸ ਵਕਤ ਕੋਈ ਨਵੇਂ ਡਰਾਅ ਨਹੀਂ ਕੱਢੇ ਜਾ ਰਹੇ ਆ, ਕੋਈ ਨਵੇਂ ਇਨਵੀਟੇਸ਼ਨ ਨਾ ਤਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ, ਨਾ ਫੈਡਰਲ ਸਕਿਲਡ ਵਰਕਰ ਦਾ ਕੋਈ ਡਰਾਅ ਕੱਢਿਆ ਜਾ ਰਿਹਾ ਔਰ ਜਿਹੜੀਆਂ ਪੁਰਾਣੀਆਂ ਬੈਕਲੌਗ ਜਮ੍ਹਾਂ ਹੋਇਆ ਉਹਦੇ ਉੱਤੇ ਸਰਕਾਰ ਨੂੰ ਘੇਰਿਆ ਵੀ ਜਾ ਰਿਹਾ ਤੇ ਸਰਕਾਰ ਇਸ ਵਕਤ ਉਹਦੇ ਉੱਤੇ ਜ਼ਿਆਦਾ ਕੰਮ ਕਰ ਰਹੀ ਆ। ਔਰ ਹੁਣ ਜਿਹੜਾ ਡਾਟਾ ਸਾਹਮਣੇ ਆਇਆ ਨਵੰਬਰ ਮਹੀਨੇ ਦਾ, ਉਹਦੇ ਵਿੱਚ 47,000 ਤੋਂ ਵੱਧ ਲੋਕਾਂ ਨੂੰ ਜਿਹੜੀ ਉਹ ਪੀਆਰ ਦਿੱਤੀ ਗਈ ਆ। ਸੋ ਇਹ ਇੱਕ ਰਿਕਾਰਡ ਆ। 1980 ਤੋਂ ਲੈ ਕੇ ਜਿਹੜਾ ਵਾ ਇਹ ਚੀਜ਼ਾਂ ਦਾ ਰਿਕਾਰਡ ਰੱਖਿਆ ਜਾ ਰਿਹਾ ਇਮੀਗ੍ਰੇਸ਼ਨ ਦਾ ਕਿ ਹਰ ਮਹੀਨੇ ਕਿੰਨੇ ਲੋਕ ਪੀਆਰ ਲੈਂਦੇ ਨੇ ਕੈਨੇਡਾ ਦੇ ਵਿੱਚ। ਔਰ 1980 ਤੋਂ ਹੀ ਲੈ ਕੇ ਜਿਹੜਾ ਵਾ ਅੱਜ ਦਾ ਸਭ ਤੋਂ ਵੱਡਾ ਰਿਕਾਰਡ ਬਣਿਆ ਇਸ ਨਵੰਬਰ ਮਹੀਨੇ ਵਿੱਚ, ਜਿੱਥੇ 47,000 ਜਿਹੜਾ ਵਾ ਉਹ ਲੋਕਾਂ ਨੂੰ ਪੀਆਰ ਦਿੱਤੀ ਗਈ ਆ। ਇਸੇ ਤਰੀਕੇ ਨਾਲ ਰਿਕਾਰਡ ਪਿਛਲੇ ਮਹੀਨੇ ਟੁੱਟਿਆ ਸੀਗਾ ਤੇ ਉਸੇ ਤਰੀਕੇ ਨਾਲ ਹੁਣ ਨੰਬਰ ਦੇ ਵਿੱਚ ਟੁੱਟਿਆ। ਕੱਲ ਜਸਟਿਨ ਟਰੂਡੋ ਜਿਹੜਾ ਉਹ ਮੈਂਡੇਟ ਲੈਟਰ ਵੀ ਜਾਰੀ ਕਰਕੇ ਹਟੇ ਨੇ, ਉੱਤੇ ਵੀ ਚਰਚਾ ਕਰਦੇ ਆ। ਪਰ ਮੈਂ ਚਾਹੁੰਦਾ ਕਿ ਆਪਾਂ ਦਰਸ਼ਕਾਂ ਨੂੰ ਦੱਸ ਦਈਏ ਕਿਉਂਕਿ ਪਿਛਲੇ ਸਾਲ 2020 ਵਿੱਚ ਮਹਿਜ 2 ਲੱਖ ਦੇ ਨੇੜੇ ਤੇੜੇ ਜਿਹੜਾ ਸੀ, ਸ਼ਾਇਦ 1,84,000 ਦੇ ਨੇੜੇ ਤੇੜੇ ਸੀ ਲੋਕਾਂ ਨੂੰ ਸਿਰਫ ਪੀਆਰ ਮਿਲ ਸਕੀ ਸੀ, ਕਿਉਂਕਿ ਕੋਵਿਡ ਦੇ ਕਰਕੇ ਜਿਹੜਾ ਸੀ ਉਹ ਬਹੁਤ ਸਾਰਾ ਕੰਮ ਬੰਦ ਰਿਹਾ, ਫੁੱਲ ਕਪੈਸਿਟੀ ਉੱਤੇ ਕੰਮ ਨਹੀਂ ਸ਼ੁਰੂ ਹੋ ਸਕਿਆ, ਦਫ਼ਤਰ ਬੰਦ ਵੀ ਰਹੇ। ਔਰ ਹੁਣ ਜਿਹੜਾ ਵਾ ਫੁੱਲ ਕਪੈਸਿਟੀ ਦੇ ਕੰਮ ਚੱਲ ਰਿਹਾ ਤੇ ਕੈਨੇਡਾ ਵੱਲੋਂ ਜਿਹੜਾ 4 ਲੱਖ ਦਾ ਟਾਰਗੇਟ ਪੂਰਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਤੋਂ ਮਹਿਜ 39,000 ਪਿੱਛੇ ਆ। ਔਰ ਜੇਕਰ ਅਸੀਂ ਦੇਖੀਏ ਤਾਂ 47,000 ਦਾ ਅੰਕੜਾ ਸ਼ੋ ਹੈ ਨਵੰਬਰ ਵਿੱਚ, ਤਾਂ ਦਸੰਬਰ ਵਿੱਚ ਵੀ ਇਹਦੇ ਨੇੜੇ ਤੇੜੇ ਵੀ ਪਹੁੰਚਿਆ ਜਾ ਸਕਦਾ ਆ। ਔਰ ਜੇਕਰ ਛੁੱਟੀਆਂ ਨਾ ਮਨਾਈਆਂ ਗਈਆਂ ਔਰ ਇਸੇ ਤਰੀਕੇ ਨਾਲ ਕੰਮ ਚੱਲਦਾ ਰਿਹਾ ਤਾਂ ਰਿਕਾਰਡ ਇੱਕ ਵਾਰੀ ਫੇਰ ਟੁੱਟ ਸਕਦਾ। ਸੋ ਹੁਣ ਦਰਸ਼ਕਾਂ ਨੂੰ ਇੱਕ ਵਾਰੀ ਅਸੀਂ ਦੱਸ ਦਿੰਦੇ ਹਾਂ ਕਿ ਮਹੀਨੇ ਦੀ ਹਰ ਮਹੀਨੇ ਕਿਸ ਤਰੀਕੇ ਨਾਲ ਜਿਹੜਾ ਇਹ ਨੰਬਰ ਸਾਹਮਣੇ ਆ ਰਿਹਾ, ਹਰ ਮਹੀਨੇ ਕਿੰਨੇ ਲੋਕਾਂ ਨੂੰ ਪੀਆਰ ਜਿਹੜੀ ਉਹ ਦਿੱਤੀ ਗਈ ਹੈ, ਕਿਵੇਂ ਸ਼ੁਰੂ ਤੋਂ ਲੈ ਕੇ ਅੱਧ ਤੱਕ ਜਿਹੜਾ ਸੀ ਸਾਲ ਦੇ ਉਹ ਨੰਬਰ ਡਾਊਨ ਆਉਂਦੇ ਗਏ। ਤੇ ਉਸ ਤੋਂ ਬਾਅਦ ਫਿਰ ਇੱਕ ਵਾਰ ਫਿਰ ਦੁਬਾਰਾ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਜਿਹੜੀ ਉਹ ਸਪੀਡ ਫੜੀ ਆ, ਕਿਉਂਕਿ ਪਹਿਲੀ ਛਮਾਈ ਤੱਕ ਨਹੀਂ ਲੱਗ ਰਿਹਾ ਸੀ ਕਿ 4 ਲੱਖ ਦੇ ਟਾਰਗੇਟ ਤੱਕ ਪਹੁੰਚਿਆ ਜਾਵੇਗਾ ਜੋ ਉਸ ਤਰੀਕੇ ਨਾਲ ਜਿਹੜੀ ਰਫ਼ਤਾਰ ਚੱਲ ਰਹੀ ਸੀ। ਪਰ ਉਸ ਤੋਂ ਬਾਅਦ ਇੱਕ ਵਾਰ ਫਿਰ ਜਿਹੜੀ ਉਹ ਸਪੀਡ ਫੜੀ ਤੇ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਤਾਂ ਜਨਵਰੀ ਮਹੀਨੇ ਦੇ ਵਿੱਚ 24,679 ਲੋਕਾਂ ਨੂੰ ਪੀਆਰ ਦਿੱਤੀ ਗਈ ਕੈਨੇਡਾ ਸਰਕਾਰ ਵੱਲੋਂ। ਉਸ ਤੋਂ ਬਾਅਦ ਫਰਵਰੀ ਦੇ ਵਿੱਚ 23,395, ਮਾਰਚ ਵਿੱਚ 22,390, ਅਪ੍ਰੈਲ ਦੇ ਵਿੱਚ 21,170, ਮਈ ਦੇ ਵਿੱਚ 17,465 ਜੋ ਕਿ ਸਭ ਤੋਂ ਲੋਅਰ ਸਕੋਰ ਹੈ ਸਾਲ ਦਾ। ਉਸ ਤੋਂ ਬਾਅਦ ਜੂਨ ਦੇ ਵਿੱਚ ਫਿਰ 35,796। ਇਸ ਤੋਂ ਬਾਅਦ ਫਿਰ ਇਹ ਥੱਲੇ ਮੁੜ ਕੇ ਨਹੀਂ ਦੇਖਿਆ, ਪਿੱਛੇ ਮੁੜ ਕੇ ਨਹੀਂ ਦੇਖਿਆ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ। ਜੁਲਾਈ ਦੇ ਵਿੱਚ ਫਿਰ ਉਸ ਤੋਂ ਉੱਪਰ 39,705, ਅਗਸਤ ਦੇ ਵਿੱਚ 37,814। ਉਸ ਤੋਂ ਬਾਅਦ ਫਿਰ ਅਕਤੂਬਰ ਦੇ ਵਿੱਚ ਜਿਹੜਾ ਸੀ ਉਹ 45,152 ਅਤੇ ਉਸ ਤੋਂ ਅਗਲੇ ਮਹੀਨੇ ਵਿੱਚ ਮਾਫ ਕਰਨਾ ਸਤੰਬਰ ਦੇ ਵਿੱਚ 45,152 ਸੀ, ਅਕਤੂਬਰ ਵਿੱਚ 46,371 ਅਤੇ ਨਵੰਬਰ ਦੇ ਵਿੱਚ ਹੁਣ ਫਿਰ ਇੱਕ ਵਾਰੀ ਪਿਛਲੇ ਅਕਤੂਬਰ ਨਾਲੋਂ 1,000 ਵੱਧ 47,434 ਲੋਕਾਂ ਨੂੰ ਪੀਆਰ ਦਿੱਤੀ ਗਈ ਆ। ਔਰ ਹੁਣ ਤੱਕ 3,61,371 ਲੋਕਾਂ ਨੂੰ ਇਸ ਸਾਲ ਦੇ ਵਿੱਚ ਪੀਆਰ ਜਿਹੜੀ ਆ ਉਹ ਦਿੱਤੀ ਜਾ ਚੁੱਕੀ ਆ। ਇਹ ਤਾਂ ਮਤਲਬ ਇਹ ਆ ਕਿ ਜਿਹੜਾ 4,01,000 ਦਾ ਟਾਰਗੇਟ ਆ ਉਹਦੇ ਤੋਂ ਮਹਿਜ ਜੇਕਰ ਅਸੀਂ ਗੱਲ ਕਰੀਏ ਤਾਂ 40,000 ਦਾ ਅੰਕੜਾ ਰਹਿ ਗਿਆ ਵਾ। ਔਰ 47,000 ਦਾ ਜਿਹੜਾ ਅੰਕੜਾ ਆ ਉਹ ਪਿਛਲੇ ਇਹ ਨਵੰਬਰ ਦੇ ਵਿੱਚ ਹੋਇਆ। ਔਰ ਅਸੀਂ ਇਹ ਉਮੀਦ ਕਰਦੇ ਹਾਂ ਕਿ 4,01,000 ਦਾ ਟਾਰਗੇਟ ਆ ਔਰ 4 ਲੱਖ ਤੋਂ ਹੋ ਸਕਦਾ ਇਸ ਤੋਂ ਵੱਧ ਹੀ ਜਿਹੜਾ ਵਾ ਉਹ ਲੋਕਾਂ ਨੂੰ ਪੀਆਰ ਜਿਹੜੀ ਉਹ ਮਿਲੇਗੀ। ਔਰ ਅਗਲੇ ਸਾਲ ਲਈ ਜਿਹੜਾ ਮੈਂਡੇਟ ਲੈਟਰ ਜਿਹੜਾ ਜਾਰੀ ਕੀਤਾ ਗਿਆ ਜਿਸ 'ਚ ਜਸਟਿਨ ਟਰੂਡੋ ਨੇ ਕਿਹਾ ਆ ਕਿ ਅੱਗੇ ਹੋਰ ਜਿਹੜੀ ਆ ਉਹ ਪ੍ਰੋਸੈਸਿੰਗ ਜਿਹੜੀ ਆ ਉਹ ਤੇਜ਼ ਕੀਤੀ ਜਾਵੇ ਤਾਂ ਕਿ ਜਿਹੜਾ ਬੈਕਲੌਗ ਹੱਲੇ ਵੀ ਵੱਡੀ ਪੱਧਰ ਤੇ ਪਿਆ ਉਹਨੂੰ ਕਲੀਅਰ ਕੀਤਾ ਜਾ ਸਕੇ। ਜੀ ਮਨਦੀਪ ਜੀ, ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਜੁੜੀ ਹੋਈ ਖਬਰ ਦੀ ਗੱਲ ਕਰ ਲੈਂਦੇ ਆ। ਉਹਨਾਂ ਵੱਲੋਂ ਦੇਸ਼ ਵਾਸੀਆਂ ਨੂੰ ਹੌਸਲਾ ਦਿੱਤਾ ਗਿਆ, ਕਿਸ ਕਾਰਨ ਉਹ ਹੌਸਲਾ ਦੇ ਰਹੇ ਨੇ, ਕੀ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ? ਬਿਲਕੁਲ ਜੀ, ਜਸਟਿਨ ਟਰੂਡੋ ਜਿਹੜੇ ਆ ਉਹ ਲਗਾਤਾਰ ਇੱਕ ਤਾਂ ਲੀਡ ਵੀ ਕਰ ਰਹੇ ਨੇ ਇਸ ਮਹਾਮਾਰੀ ਦੇ ਦੌਰਾਨ। ਉਹਨਾਂ ਨੇ ਚੋਣਾਂ ਵੀ ਕਰਵਾ ਕੇ ਦੇਖ ਲਈਆਂ, ਜ਼ਿੰਮੇਵਾਰੀ ਫਿਰ ਉਹਨਾਂ ਨੂੰ ਦਿੱਤੀ ਲੋਕਾਂ ਨੇ। ਔਰ ਜਦੋਂ ਵੈਕਸੀਨ ਆਈ ਸੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੀ ਟਨਲ ਦੇ ਵਿੱਚ ਜਾ ਰਹੇ ਹਾਂ, ਹੁਣ ਜਦੋਂ ਟਨਲ ਮੁੱਕਣ ਵਾਲੀ ਹੁੰਦੀ ਹੈ ਤਾਂ ਸਾਨੂੰ ਅੱਗੇ ਉਹ ਲਾਈਟ ਦਿਖਾਈ ਦਿੰਦੀ ਹੈ। ਜਦੋਂ ਵੈਕਸੀਨ ਆਈ ਸੀ ਉਦੋਂ ਵੀ ਉਹਨਾਂ ਨੇ ਸ਼ਬਦ ਵਰਤੇ ਸੀਗੇ
ਕਹਿੰਦੇ ਵੀ ਹੁਣ ਇਹ ਟਨਲ ਜਿਹੜੀ ਹੈ ਇਹ ਖਤਮ ਹੋਣ ਵਾਲੀ ਹੈ ਤਾਂ ਅੱਗੇ ਸਾਨੂੰ ਲਾਈਟ ਜਿਹੜੀ ਉਹ ਦਿਖਾਈ ਦੇ ਰਹੀ ਆ। ਪਰ ਉਸ ਤੋਂ ਬਾਅਦ ਨਵੇਂ ਵੇਰੀਐਂਟ ਆਉਂਦੇ ਗਏ ਔਰ ਇੱਕ ਵਾਰੀ ਫੇਰ ਹਾਲਾਤ ਉੱਥੇ ਆ ਗਏ ਆ ਕਿ ਫੇਰ ਸਰਕਾਰ ਨੂੰ ਐਡਵਾਈਜ਼ਰੀ ਜਾਰੀ ਕਰਨੀ ਪਈ ਕਿ ਛੁੱਟੀਆਂ ਮਨਾਉਣ ਤੁਸੀਂ ਕਿਤੇ ਨਾ ਜਾਓ, ਆਪਣੇ ਘਰਾਂ 'ਚ ਰਹੋ, ਇੰਟਰਨੈਸ਼ਨਲ ਟਰੈਵਲ ਨਾ ਕਰੋ। ਸੋ ਇੱਕ ਵਾਰੀ ਫੇਰ ਜਸਟਿਨ ਟਰੂਡੋ ਇਹ ਕਹਿ ਰਿਹਾ ਕਿ ਬੇਸ਼ੱਕ ਇਸ ਵਕਤ ਆਹ ਹਾਲਾਤ ਨੇ, ਪਰ ਉਹਨਾਂ ਵੱਲੋਂ ਪਹਿਲਾਂ ਵੀ ਕਿਹਾ ਗਿਆ ਕਿ ਜਿਹੜਾ ਸਮਰ ਹੋਊਗਾ, ਮਤਲਬ ਕਿ ਗਰਮੀਆਂ ਦਾ ਮੌਸਮ ਹੋਊਗਾ ਆਉਣ ਵਾਲਾ, ਔਰ ਉਹਨੂੰ ਖਾਸ ਕਰਕੇ ਕੈਨੇਡਾ 'ਚ ਬਹੁਤਾ ਘੁੰਮਣ ਫਿਰਨ ਵਾਲਾ ਮੌਸਮ ਹੀ ਸਮਝਿਆ ਜਾਂਦਾ ਆ, ਔਰ ਉਸ ਦੌਰਾਨ ਕਹਿੰਦੇ ਆ ਕਿ ਉਹ ਵਧੀਆ ਹੋਊਗਾ। ਔਰ ਹੁਣ ਵੀ ਉਹਨਾਂ ਨੇ ਲੋਕਾਂ ਨੂੰ ਇਹੀ ਅਪੀਲ ਕੀਤੀ ਹੈ, ਕਹਿੰਦੇ ਹੌਸਲਾ ਰੱਖੋ ਵੀ ਥੋੜਾ ਜਿਹਾ ਆਪਾਂ ਨੂੰ ਇਹਤਿਆਤ ਇੱਥੇ ਵਰਤਣਾ ਪੈਣਾ ਆ, ਥੋੜੀ ਜੀ ਜ਼ਿੰਮੇਵਾਰੀ ਇੱਥੇ ਨਿਭਾਉਣੀ ਪੈਣੀ ਆ। ਪਰ ਜਦੋਂ ਕੁਝ ਮਹੀਨਿਆਂ ਬਾਅਦ ਸਮਰ ਆਵੇਗਾ, ਗਰਮੀਆਂ ਆਉਣਗੀਆਂ ਤਾਂ ਹਾਲਾਤ ਬਿਲਕੁਲ ਵੱਖਰੇ ਹੋਣਗੇ, ਸਭ ਕੁਝ ਲਗਭਗ ਕਹਿੰਦੇ ਠੀਕ ਹੋਊਗਾ, ਇਹਦੇ ਨਾਲੋਂ ਕਹਿੰਦੇ ਵਧੀਆ ਹਾਲਾਤ ਹੋਣਗੇ। ਪਰ ਹਾਲੇ ਹੌਸਲਾ ਰੱਖਣ ਦੀ ਲੋੜ ਆ ਤੇ ਇਹਤਿਆਤ ਰੱਖਣ ਦੀ ਲੋੜ ਆ ਅਤੇ ਸਾਨੂੰ ਖਾਸ ਕਰਕੇ ਧਿਆਨ ਰੱਖਣ ਦੀ ਲੋੜ ਹੈ। ਜੀ ਮਨਦੀਪ ਜੀ, ਇਹਨਾਂ तमाम ਖਬਰਾਂ ਉੱਪਰ ਵਿਚਾਰ ਚਰਚਾ ਕਰਨ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਜੀ ਬਹੁਤ-ਬਹੁਤ ਧੰਨਵਾਦ। ਜੀ ਇਸੇ ਤਰ੍ਹਾਂ ਰੋਜ਼ਾਨਾ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਰੂਬਰੂ ਹੁੰਦੇ ਰਵਾਂਗੇ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਹੋਏਗੀ। ਫਿਲਹਾਲ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।